ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਦੀ ਮੀਟਿੰਗ ਹੋਈ ਸੀ। ਉਸ ਤੋਂ ਬਾਅਦ ਕਈ ਤਰੀਕੇ ਦੀ ਚਰਚਾ ਛਿੜੀ ਸੀ ਤੇ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਭਗਵੰਤ ਮਾਨ ਨੂੰ ਸਲਾਹ ਦਿੱਤੀ ਗਈ ਹੈ। ਕੀ ਸਲਾਹ ਹੈ, ਉਸ ਤੇ ਅਸੀਂ ਵਿਸਤਾਰਪੂਰਵਕ ਚਰਚਾ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਐਸਜੀਪੀਸੀ ਦੇ ਵੱਲੋਂ 9 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੇ ਵੱਖ-ਵੱਖ ਸਿੱਖ ਕੈਦੀ ਰਿਹਾ ਕਰਵਾਉਣ ਦੇ ਲਈ, ਔਰ ਇਹਦੇ 9 ਮੈਂਬਰੀ ਕਮੇਟੀ ਦੇ ਵਿੱਚ ਉਹ ਲੋਕ ਨੇ ਜਿਹੜੇ ਅੱਜ ਤੱਕ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਵੱਖੋ ਵੱਖਰੇ ਫਰੰਟਾਂ ਦੇ ਵੱਲੋਂ ਬੋਲਦੇ ਰਹੇ ਨੇ। ਅਸਲ ਦੇ ਵਿੱਚ ਇਹ ਰਿਹਾ ਕਰਾਉਣ ਦੇ ਲਈ ਕਮੇਟੀ ਬਣਾਈ ਗਈ ਹੈ ਜਾਂ ਫਿਰ ਐਸਜੀਪੀਸੀ ਦੇ ਵੱਲੋਂ ਆਪਣੇ ਅਕਾਵਾਂ ਦਾ ਸਿਆਸੀ ਭਵਿੱਖ ਬਚਾਉਣ ਦੀ ਕੋਸ਼ਿਸ਼ ਹੈ। ਮਾਮਲਾ ਕੀ ਹੈ, ਗੱਲਬਾਤ ਕੀ ਹੈ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਗੰਟੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖ ਸਾਹਿਬ, ਸ਼ੁਰੂਆਤ ਜਿਹੜੀ ਹੈ ਆਪਾਂ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਹੋਰਾਂ ਵਾਲੀ ਖਬਰ ਤੋਂ ਹੀ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਦੀ ਕੁਝ ਦਿਨ ਪਹਿਲਾਂ ਜਿਹੜੀ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਛਿੜ ਜਾਂਦੀਆਂ ਨੇ ਤੇ ਉਹਨਾਂ ਚਰਚਾਵਾਂ ਦੇ ਉੱਪਰ ਆਪਾਂ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਚਰਚਾ ਵੀ ਕੀਤੀ ਹੈ ਤੇ ਉਹਨਾਂ ਚਰਚਾਵਾਂ ਦੀ ਅਸਲੀ ਸੱਚਾਈ ਜਿਹੜੀ ਆ ਉਹ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸੀ ਹੈ। ਬੇਸ਼ੱਕ ਉਹ ਨਵਜੋਤ ਸਿੰਘ ਸਿੱਧੂ ਦੇ ਸ਼ਾਮਲ ਹੋਣ ਦੇ ਬਾਰੇ ਆਪ ਦੇ ਵਿੱਚ ਹੋਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਸੰਗਰੂਰ ਤੋਂ ਜਿਮਨੀ ਚੋਣ ਲੜਨ ਬਾਰੇ ਹੋਵੇ, ਆਪਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇੱਕ-ਇੱਕ ਕਰਕੇ ਸੱਚਾਈ ਜਿਹੜੀ ਦਰਸ਼ਕਾਂ ਦੇ ਸਾਹਮਣੇ ਲਿਆਂਦੀ ਹੈ। ਤੇ ਅੱਜ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਹੈ ਸਲਾਹ ਭਗਵੰਤ ਸਿੰਘ ਮਾਨ ਹੋਰਾਂ ਨੂੰ ਦਿੱਤੀ ਗਈ ਹੈ। ਦਰਅਸਲ ਤੁਹਾਨੂੰ ਪਤਾ ਹੀ ਹੈ, ਆਪਣੇ ਦਰਸ਼ਕਾਂ ਨੂੰ ਐਮਸੀ ਸਾਹਿਬ ਪਤਾ ਹੀ ਹੈ ਕਿ ਅੱਜ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਨਤਾ ਦਾ ਦਰਬਾਰ ਜ਼ਰੂਰ ਮੁਸ਼ਕਲਾਂ ਸੁਣਨ ਦੇ ਲਈ ਲਾਇਆ ਗਿਆ, ਪਰ ਉੱਥੇ ਲੋਕਾਂ ਨੂੰ ਮੁਸ਼ਕਲਾਂ ਹੀ ਆਈਆਂ। ਜ਼ਿਆਦਾਤਰ ਲੋਕਾਂ ਨੂੰ ਕੀ ਕੁਝ ਉੱਥੇ ਹੋ ਨਿਬੜਿਆ, ਆਪਾਂ ਆਪਣੇ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਕਿ ਭਗਵੰਤ ਸਿੰਘ ਮਾਨ ਤੇ ਜਨਤਾ ਦੇ ਪ੍ਰੋਗਰਾਮ ਦੇ ਵਿੱਚ ਲੋਕ ਜਿਹੜੇ ਨਾ ਕੁਝ ਮੁੜੇ ਨੇ, ਬਾਹਰ ਹੰਗਾਮਾ ਹੋਇਆ, ਮੁਰਦਾਬਾਦ ਦੇ ਨਾਅਰੇ ਵੀ ਲੱਗੇ ਨੇ। ਤੇ ਨਵਜੋਤ ਸਿੰਘ ਸਿੱਧੂ ਨੇ ਸਲਾਹ ਦਿੱਤੀ ਹੈ, ਨਵਜੋਤ ਸਿੰਘ ਸਿੱਧੂ ਨੇ ਭਗਵੰਤ ਸਿੰਘ ਮਾਨ ਨੂੰ ਕਿ ਭਾਈ ਜੇ ਤੁਸੀਂ ਜਨਤਾ ਦਾ ਦਰਬਾਰ ਲਾਉਣਾ ਹੀ ਹੈ ਤਾਂ ਤੁਸੀਂ ਜ਼ਿਲ੍ਹਿਆਂ ਤੇ ਲਾਓ, ਤਹਿਸੀਲ ਪੱਧਰ ਤੇ ਲਾਓ, ਡਿਸਟ੍ਰਿਕਟ ਪੱਧਰ ਤੇ ਲਾਓ, ਤਾਂ ਜੋ ਤੁਹਾਡੇ ਤੱਕ ਲੋਕ ਪਹੁੰਚ ਵੀ ਕਰ ਸਕਣ। ਭਗਵੰਤ ਸਿੰਘ ਮਾਨ ਹੁਣੀ ਖੁਦ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਭਾਈ ਪੰਜਾਬ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਆਉਣ ਲੋੜ ਨਹੀਂ ਪਊਗੀ, ਮੰਤਰੀ ਐਮਐਲਏ ਤੇ ਸਾਡੇ ਅਫਸਰ ਤੁਹਾਡੇ ਤੱਕ ਆਉਣਗੇ, ਸਰਕਾਰ ਤੁਹਾਡੇ ਤੱਕ ਆਉਣਗੇ। ਨਵਜੋਤ ਸਿੰਘ ਸਿੱਧੂ ਵੀ ਅਜਿਹੀ ਹੀ ਗਵਰਨੈਂਸ ਦੀ ਗੱਲ ਕਰਦੇ ਰਹੇ ਆ। ਤਾਂ ਜੋ ਅੱਜ ਉੱਥੇ ਹੋਇਆ, ਲੋਕਾਂ ਨੂੰ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ, ਮੁਸ਼ਕਲਾਂ ਹੱਲ ਕਰਵਾਉਣ ਦੇ ਗਏ ਸੀ ਪਰ ਉੱਥੇ ਮੁਸ਼ਕਲ ਚ ਘਿਰ ਗਏ, ਧੁੱਪੇ ਖੜਨਾ ਪਿਆ, ਗਰਮੀ ਚ ਖੜਨਾ ਪਿਆ, ਨਾਅਰੇ ਲਾ ਕੇ ਮੁੜਨਾ ਪਿਆ। ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਲਾਹ ਦਿੰਦੇ ਨੇ ਭਗਵੰਤ ਸਿੰਘ ਮਾਨ ਨੂੰ। ਕਿਵੇਂ ਦੇਖਦੇ ਹੋ ਇਸ ਪੂਰੀ ਗੱਲਬਾਤ? ਸੁਖਵਿੰਦਰ ਜੀ, ਵੇਖੋ ਜਿਸ ਤਰੀਕੇ ਨਾਲ ਲੋਕਾਂ ਦੀ ਅੱਜ ਖੱਜਲ ਖੁਆਰੀ ਉੱਥੇ ਚੰਡੀਗੜ੍ਹ ਵਿਖੇ ਹੋਈ ਆ ਔਰ ਲੋਕ ਦਰਬਾਰ ਦੇ ਵਿੱਚ ਜਾਣ ਸਮੇਂ ਹੋਈ ਆ, ਤਾਂ ਇਹਦਾ ਤਾਂ ਕੁਦਰਤੀ ਤੌਰ ਤੇ ਪ੍ਰਸ਼ਨ ਚਿੰਨ੍ਹ ਤਾਂ ਭਗਵੰਤ ਮਾਨ ਦੇ ਇਸ ਲੋਕ ਦਰਬਾਰ ਉੱਤੇ ਲੱਗਣੇ ਆ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੁਣੀ ਲਾਉਣ ਤੇ ਚਾਹੇ ਪੰਜਾਬ ਦੀ ਸਧਾਰਨ ਜਨਤਾ ਲਾਵੇ। ਇਹ ਤਾਂ ਗੱਲ ਪੱਕੀ ਆ ਕਿ ਇਹ ਜਿਹੜਾ ਪਹਿਲਾ ਲੋਕ ਦਰਬਾਰ ਲਾਇਆ ਗਿਆ ਇਹ ਅਸੀਂ ਅਸਫਲ ਕਹਿ ਸਕਦੇ ਹਾਂ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਜਿਹੜੇ ਲੋਕ ਦਰਬਾਰ ਨੇ ਘੱਟ ਤੋਂ ਘੱਟ ਤਹਿਸੀਲ ਤੇ ਸਬ ਤਹਿਸੀਲ ਪੱਧਰ ਤੇ ਜਿਹੜੇ ਉਹ ਲਾਏ ਜਾਣੇ ਚਾਹੀਦੇ ਆ। ਆਪਾਂ ਵੀ ਸਵੇਰ ਦੇ ਪ੍ਰੋਗਰਾਮ 'ਚ ਇਸ ਤੋਂ ਪਹਿਲਾਂ ਗੱਲ ਕੀਤੀ ਕਿ ਬਿਲਕੁਲ ਇਸ ਤਰੀਕੇ ਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ। ਕੀ ਤੁਸੀਂ ਲੋਕ ਦਰਬਾਰ ਲਾ ਕੇ ਕੀ ਉਹ ਫੀਲਿੰਗ ਲੈਣੀ ਚਾਹੁੰਦੇ ਜੇ ਕਿ ਮਹਾਰਾਜਾ ਰਣਜੀਤ ਸਿੰਘ ਵਾਲੀ ਫੀਲਿੰਗ ਹੋ ਸਕਦੀ ਹੈ ਕਿ ਹਾਂ ਵੀ ਮੈਂ ਦਰਬਾਰ ਲਾਇਆ ਤੇ ਫਰਿਆਦੀ ਮੇਰੇ ਅੱਗੇ ਸਾਹਮਣੇ ਖੜੇ ਹੋ ਕੇ ਆਪਣੀਆਂ ਮੁਸ਼ਕਲਾਂ ਦੱਸਣ, ਮੇਰੇ ਦਰਬਾਰ ਵਿੱਚ ਆਉਣ, ਤੇ ਜਾਂ ਤੁਸੀਂ ਉਸ ਤਰੀਕੇ ਦਾ ਤੇ ਜਾਂ ਤੁਸੀਂ ਲੋਕ ਦਰਬਾਰ ਵਾਕਿਆ ਹੀ ਏਦਾਂ ਦਾ ਲਾਉਣਾ ਚਾਹੁੰਦੇ ਜੇ ਕਿ ਲੋਕ ਜਿੱਥੇ ਤੁਹਾਡੇ ਨਾਲ ਸਿੱਧਾ ਡਾਇਲੌਗ ਜਿੱਥੇ ਤੁਹਾਡਾ ਸਿੱਧਾ ਸੰਵਾਦ। ਦੱਸਦੇ ਹਾਂ ਕਿ ਅਸੀਂ ਜਿਹੜੇ ਆ, ਮਾਫ ਕਰਨਾ ਅਣਖ ਸਾਹਿਬ ਦੀ ਗੱਲ ਟੋਕੀ, ਅਸੀਂ ਸਿਰਫ ਵਿਰੋਧ ਕਰਨ ਦੇ ਲਈ ਵਿਰੋਧ ਨਹੀਂ ਕਰ ਰਹੇ। ਠੀਕ ਆ, ਜਨਤਾ ਦੇ ਨਾਲ ਰਾਬਤਾ ਕਾਇਮ ਕਰਨਾ ਮੁੱਖ ਮੰਤਰੀ ਦਾ ਬਹੁਤ ਚੰਗਾ ਕਦਮ ਹੈ, ਪਹਿਲ ਕਦਮੀ ਚੰਗੀ ਹੈ। ਨਹੀਂ ਤਾਂ ਅਕਸਰ ਆਪਾਂ ਮੁੱਖ ਮੰਤਰੀ ਜਿਹੜੇ ਦੇਖਦੇ ਆ ਉਹ ਆਖਰੀ ਸਮੇਂ ਦੇ ਵਿੱਚ ਹੀ ਜਨਤਾ ਦੇ ਵਿੱਚ ਜਾਂਦੇ ਆ। ਸ਼ੁਰੂਆਤੀ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਹੋਣਾ ਦਾ ਇਹ ਕਦਮ ਜਿਹੜਾ ਉਹ ਸਰਾਹੁਣਯੋਗ ਹੈ, ਪਰ ਇਸ ਕਦਮ ਦੇ ਵਿੱਚ ਕੁਝ ਜਿਹੜੀ ਆਪਾਂ ਕਹਿ ਦਈਏ ਜਾਂ ਆਪਾਂ ਕਹਿੰਦੇ ਬਦਲਾਵ ਕਰਨ ਦੀ ਲੋੜ ਹੈ। ਕਿਉਂਕਿ ਜੇ
ਭਗਵੰਤ ਸਿੰਘ ਮਾਨ ਹੋਣੀ ਵੋਟਾਂ ਤੋਂ ਪਹਿਲਾਂ ਇਹ ਗੱਲ ਕਹਿ ਸਕਦੇ ਆ ਕਿ ਭਾਈ ਸਰਕਾਰ ਤੁਹਾਡੇ ਦੁਆਰ ਆਊਗੀ, ਸਾਡੇ ਐਮਐਲਏ ਮੰਤਰੀ ਤੇ ਅਫਸਰ ਤੁਹਾਡੇ ਕੋਲ ਆਉਣਗੇ ਤੇ ਤੁਹਾਨੂੰ ਚੰਡੀਗੜ੍ਹ ਨਹੀਂ ਆਉਣਾ ਪਊਗਾ। ਕਹਿੰਦੇ ਸੀਗੇ ਕਿ ਲੋਕ ਆਉਣਗੇ ਤਾਂ 500 ਗੱਡੀ ਲੈ ਕੇ ਆਉਣਗੇ, ਅਸੀਂ ਜਾਵਾਂਗੇ ਤਾਂ 2-3 ਗੱਡੀਆਂ ਲੈ ਕੇ ਜਾਵਾਂਗੇ। ਤਾਂ ਫਿਰ ਜੇ ਉਹੀ ਗੱਲਾਂ ਉਹੀ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਤੋਂ ਤੁਸੀਂ ਅਮਲ ਦੇ ਵਿੱਚ ਲੈ ਆਓ ਤੇ ਨਾ ਜਿਹੜੀ ਅੱਜ ਲੋਕਾਂ ਨੂੰ ਖੱਜਲ ਖਵਾਰੀ ਹੋਣੀ ਸੀ ਨਾ ਉਹ ਹੋਣੀ ਸੀ, ਤੇ ਜੇ ਸਬ ਤਹਿਸੀਲ ਦੇ ਤੌਰ ਤੇ ਅਣਖੀ ਸਾਹਿਬ ਲੋਕ ਸੱਦੇ ਜਾਂਦੇ, ਡਿਸਟ੍ਰਿਕਟ ਦੇ ਤੌਰ ਤੇ ਸੱਦੇ ਜਾਂਦੇ ਜਾਂ ਕੁਝ ਇੱਕ ਦੱਸ ਕੇ ਸੱਦੇ ਜਾਂਦੇ ਤਾਂ ਪਤਾ ਹੋਣਾ ਸੀ ਕਿ ਭਾਈ ਅੱਜ ਕਿੱਥੋਂ ਕਿੱਥੋਂ ਦੇ ਲੋਕਾਂ ਨੂੰ ਸੀਐਮ ਨੇ ਮਿਲਣਾ ਹੈ ਤੇ ਕਿਹੜੇ ਕਿਹੜੇ ਲੋਕ ਉੱਥੇ ਪਹੁੰਚਣ। ਅੱਜ ਤਾਂ ਉੱਥੇ ਪਤਾ ਹੀ ਕੋਈ ਨਹੀਂ ਲੱਗਿਆ, ਸਿਰਫ ਇੰਨਾ ਸੁਨੇਹਾ ਦਿੱਤਾ ਗਿਆ ਕਿ ਭਾਈ ਜਨਤਾ ਦਾ ਦਰਬਾਰ ਹੈ, ਤੇ ਜਦੋਂ ਉੱਥੇ ਪਹੁੰਚੇ ਉੱਥੇ ਜਾ ਕੇ ਪਤਾ ਲੱਗਿਆ ਕਿ ਜਨਤਾ ਦੇ ਦਰਬਾਰ ਦੇ ਵਿੱਚ ਸਿਰਫ ਚੋਣਵੇਂ ਲੋਕ ਸੱਦੇ ਗਏ ਨੇ, ਭਾਵ ਕਿ ਲਿਸਟਾਂ ਜਿਹੜੀਆਂ ਐਮਐਲਏ ਤੇ ਮੰਤਰੀਆਂ ਨੇ ਬਣਾਈਆਂ ਆਪਦੇ ਆਪਦੇ ਹਲਕਿਆਂ ਤੋਂ, ਤੇ ਮੈਸੇਜ ਵੱਖ-ਵੱਖ ਚੈਨਲਾਂ ਤੇ ਇਹ ਦੇਤਾ ਕਿ ਭਾਈ ਆਓ ਜਨਤਾ ਦਾ ਦਰਬਾਰ ਹੈ, ਤੇ ਜਦੋਂ ਲੋਕ ਪਹੁੰਚੇ ਉੱਥੇ ਖੱਜਲ ਖੁਆਰ ਹੋਈ। ਜੀ, ਤਾਂ ਇਸ ਦਾ ਤਾਂ ਫਿਰ ਮਤਲਬ ਇਹੋ ਹੀ ਹੈ ਨਾ ਕਿ ਇਹ ਪ੍ਰੋਗਰਾਮ ਜਿਹੜਾ ਪਹਿਲਾਂ ਇੱਕ ਪਲਾਨ ਪ੍ਰੋਗਰਾਮ ਸੀ ਕਿ ਜਦੋਂ ਐਮਐਲਏ ਨੇ ਆਪਣੇ ਸਿਫਾਰਸ਼ੀ ਬੰਦੇ ਜਾਂ ਉਹਨਾਂ ਦੀਆਂ ਮੰਗਾਂ ਦੇ ਆਧਾਰ ਤੇ ਉਸੇ ਗੱਲ ਜਿਹੜੀ ਪੇਸ਼ ਕਰ ਦਿੱਤੀ ਗਈ, ਫਿਰ ਉਹਨਾਂ ਬੰਦਿਆਂ ਨੂੰ ਸੱਦ ਲਿਆ ਗਿਆ, ਤਾਂ ਫਿਰ ਲੋਕ ਦਰਬਾਰ ਕਿੱਥੇ ਹੋਇਆ। ਜੇਕਰ ਤੁਸੀਂ ਸੁਖਵਿੰਦਰ ਜੀ ਅੱਜ ਤੋਂ 4 ਦਿਨ ਪਹਿਲਾਂ ਦੀ ਗੱਲ ਆਪਾਂ ਕਰ ਦਈਏ, ਭਗਵੰਤ ਮਾਨ ਸਰਕਾਰ ਵੱਲੋਂ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਸੀਐਮ ਆਫਿਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਤੇ ਜੇਕਰ ਤੁਸੀਂ ਸੀਐਮ ਹਾਊਸ ਬਣਾਉਣ ਦਾ ਐਲਾਨ ਕੀਤਾ ਤਾਂ ਫਿਰ ਮੈਂ ਸਮਝਦਾ ਇਹੋ ਜਿਹੇ ਅਡੰਬਰ ਦੀ ਕੋਈ ਲੋੜ ਨਹੀਂ। ਸੀਐਮ ਸਾਹਿਬ ਆਪਣੇ ਇੱਕ ਨੁਮਾਇੰਦੇ ਜਿਹੜੇ ਉਹਨਾਂ ਦਫ਼ਤਰਾਂ ਦੇ ਵਿੱਚ ਪਾਏ ਨੇ ਜਾਂ ਬਿਠਾਲੇ ਨੇ, ਠੀਕ ਆ, ਲੋਕਾਂ ਨੂੰ ਕਹਿ ਦਿੱਤਾ ਜਾਵੇ ਕਿ ਇਹ ਉਹੀ ਲੋਕ ਦਰਬਾਰ ਆ ਜਿੱਥੇ ਸੀਐਮ ਦਾ ਸਿੱਧੇ ਦਫ਼ਤਰ ਦੀ ਅਪਰੋਚ ਹੋਏਗੀ, ਤਾਂ ਵੀ ਇਹ ਬੜਾ ਵਧੀਆ ਕਦਮ ਹੋ ਸਕਦਾ ਸੀ। ਇਹ ਗੱਲ ਮੰਨਣੀ ਪਊਗੀ ਆਪਣੇ ਸੁਖਵਿੰਦਰ ਜੀ। ਦੇਖੋ, ਮੈਂ ਪਹਿਲਾਂ ਹੀ ਇਹ ਗੱਲ ਕਰਨਾ ਕਿ ਇਹ ਆਪਾਂ ਕਿਸੇ ਪਾਰਟੀ ਦੇ ਬੁਲਾਰੇ ਨਹੀਂ ਆ। ਮੈਂ ਫਿਰ ਵੀ ਜਿਹੜੀ ਗੱਲ ਜੇ ਬੰਦੇ ਦੀ ਗੱਲ ਕਰਨੀ ਬਣਦੀ ਆ ਤਾਂ ਉਹ ਬਣਦੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ, ਤਾਂ ਉਹ ਸੰਗਤ ਦਰਸ਼ਨ ਪ੍ਰੋਗਰਾਮ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਜਾ ਕੇ ਕਰਦੇ ਲੋਕਾਂ ਨਾਲ ਸਿੱਧਾ ਸੰਵਾਦ ਜਿਹੜਾ ਡਾਇਲਾਗ ਹੁੰਦਾ ਸੀ। ਜਥੇਦਾਰ ਚਲੋ ਆਮ ਬੰਦਾ ਵੀ ਜਿਹੜਾ ਸਿੱਧੀ ਉਹਨਾਂ ਦੇ ਅਪਰੋਚ ਜਿਹੜੀ ਕਰਦੇ ਹੀ ਕੰਮ ਹੁੰਦੇ ਹੀ ਨਹੀਂ ਹੁੰਦੇ, ਪਰ ਜ਼ਿਲ੍ਹੇ ਦੀ ਸਮੁੱਚੀ ਜਿਹੜੀ ਅਫਸਰਸ਼ਾਹੀ ਬਾਦਲ ਸਾਹਿਬ ਦੇ ਸਾਹਮਣੇ ਬੈਠੀ ਹੁੰਦੀ ਸੀ। ਤੇ ਜੇਕਰ ਹੁਣ ਅੱਗੇ ਉਸ ਤੋਂ ਅੱਗੇ ਜਾ ਕੇ ਭਗਵੰਤ ਮਾਨ ਉਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਹੀ ਸੀਐਮ ਆਫਿਸ ਖੋਲ ਦਿੱਤਾ, ਤੇ ਵਾਕਈ ਇਹ ਸ਼ਲਾਘਾਯੋਗ ਕਦਮ ਆ। ਤਾਂ ਫਿਰ ਜੇਕਰ ਉਹ ਸੀਐਮ ਆਫਿਸ ਖੋਲੇ ਆ ਜਿੱਥੇ ਤੁਸੀਂ ਲੋਕਾਂ ਦੀਆਂ ਮੰਗਾਂ ਸਿੱਧੀਆਂ ਸੁਣਨੀਆਂ ਨੇ, ਉੱਥੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਵਾਸਤੇ ਸਿਫਾਰਸ਼ੀ ਪੱਤਰ ਉੱਥੇ ਜਾਰੀ ਹੋਣੇ ਨੇ, ਤਾਂ ਫਿਰ ਇਹ ਚੰਡੀਗੜ੍ਹ ਦਾ ਲੋਕ ਦਰਬਾਰ ਕਿਸ ਕੰਮ ਦਾ ਸੀ? ਫਿਰ ਇਸ ਨੂੰ ਨਾ ਲਾਇਆ ਜਾਂਦਾ। ਤੇ ਜੇ ਵਾਕਿਆ ਹੀ ਲਾਉਣਾ ਸੀ, ਠੀਕ ਆ, ਹਰ ਸੀਐਮ ਨੂੰ ਇਹ ਹੱਕ ਹੈਗਾ ਕਿ ਲੋਕਾਂ ਨਾਲ ਸਿੱਧਾ ਡਾਇਲਾਗ ਸੰਵਾਦ ਰਚਾਓ, ਪਰ ਉਸ ਤੋਂ ਬਾਅਦ ਲੋਕਾਂ ਦੀ ਖੱਜਲ ਖੁਆਰੀ ਤਾਂ ਨਹੀਂ ਹੋਣੀ ਚਾਹੀਦੀ। ਇੱਕ ਪਾਸੇ 44 ਡਿਗਰੀ ਪੰਜਾਬ 'ਚ ਟੈਂਪਰੇਚਰ ਚੱਲਦਾ ਪਿਆ, ਇੱਕ ਬੰਦਾ ਬਠਿੰਡੇ ਤੋਂ ਚੱਲਦਾ, ਇੱਕ ਬੰਦਾ ਪਠਾਨਕੋਟ ਤੋਂ ਬੱਸ ਤੇ ਚੱਲਦਾ, ਜਿਹੜਾ ਕਿਰਾਇਆ ਉਹ ਅਲੱਗ, ਖੱਜਲ ਖੁਆਰੀ ਅਲੱਗ। ਤੇ ਜਦੋਂ ਉੱਥੇ ਜਾ ਕੇ ਇਹ ਗੱਲ ਕਹੀ ਜਾਂਦੀ ਨਹੀਂ ਤੁਹਾਡਾ ਉਸ ਲਿਸਟ 'ਚ ਨਾ ਹੀ ਹੈ ਨਹੀਂ, ਤਾਂ ਫਿਰ ਬੰਦਾ ਉੱਥੇ ਕੀ ਕਰੂਗਾ? ਜਾਂ ਤਾਂ ਸੁਖਣਾ ਝੀਲ 'ਚ ਨਹਿਰ ਵਿੱਚ ਛਾਲ ਮਾਰਦਾ ਜਦੋਂ ਸਾਹਿਬ ਉੱਥੇ ਪਹੁੰਚਿਆ, ਜਿਹੜੇ ਜ਼ਖਮੀ ਬੰਦੇ ਵਿਚਾਰੇ ਕਹਿੰਦੇ 8000 ਦੀ ਗੱਡੀ ਕਰਾ ਕੇ ਕਿਸੇ ਤੋਂ ਮੰਗ ਕੇ ਪੈਸੇ ਲੈ ਕੇ ਆਏ ਸੀਗੇ, 8000 ਦੀ ਗੱਡੀ ਕਰਾ ਕੇ ਆਏ ਸੀਗੇ, ਤੇ ਬਣਿਆ ਵਿਚਾਰਿਆਂ ਉਹਨਾਂ ਦਾ ਵੀ ਕੱਖ ਨਹੀਂ। ਉੱਥੇ ਜਾ ਕੇ ਕਹਿੰਦੇ ਪਹਿਲਾਂ ਫੋਨ ਕਰਕੇ ਸੱਦ ਲਿਆ, ਬਾਅਦ ਚ ਕਹਿੰਦੇ ਕਿ ਤੁਹਾਡਾ ਨਾਂ ਹੀ ਹੈ ਨਹੀਂ। ਪਰ ਨਵਜੋਤ ਸਿੰਘ ਸਿੱਧੂ ਜੋ ਗੱਲ ਕਹਿ ਰਹੇ ਨੇ, ਈ ਗਵਰਨੈਂਸ ਦੀ ਜਿਹੜੀ ਉਹ ਗੱਲ ਕਰਦੇ ਹੁੰਦੇ ਸੀ, ਜਾਂ ਸਬ ਤਹਿਸੀਲ ਦੀ ਗੱਲ ਕਰ ਰਹੀ ਹੈ ਉਹਨੇ, ਹੁਣ ਡਿਸਟ੍ਰਿਕਟ ਦੇ ਤੌਰ ਤੇ ਉਹਨਾਂ ਨੇ ਗੱਲ ਕੀਤੀ ਹੈ। ਕੀ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਅੱਜ ਦੀ ਜਿਹੜੀ ਖਾਮੀ ਰਹੀ ਹੈ ਜਨਤਾ ਦਰਬਾਰ ਦੀ, ਮੈਂ ਫਿਰ ਕਹਿਣਾ ਕਿ ਅਸੀਂ ਜਨਤਾ ਦਰਬਾਰ ਦੀ ਜਿਹੜੀ ਆ ਉਹ ਸਰੋਤਾ ਕਰਦੇ ਆ ਕਿ ਭਗਵੰਤ ਸਿੰਘ ਮਾਨ ਹੋਰਾਂ ਦੀ ਜਨਤਾ ਦੇ ਨਾਲ ਰਾਬਤਾ ਕਾਇਮ ਕਰਨ ਦੇ ਲਈ ਜਿਹੜਾ ਹੈਗਾ ਇਹ ਬੜਾ ਵਧੀਆ ਤਰੀਕਾ ਅਪਣਾਇਆ। ਪਰ ਗੱਲ ਇਹ ਹੈ ਕਿ ਇਸ ਤੋਂ ਵੀ ਵਧੀਆ ਇਹ ਤਰੀਕਾ ਹੋਰ ਹੋ ਸਕਦਾ ਸੀ, ਚੰਗਾ ਤਰੀਕਾ ਹੋ ਸਕਦਾ ਸੀ, ਜਿੱਥੇ ਲੋਕਾਂ ਨੂੰ ਜਿਹੜੀ ਖੱਜਲ ਖੁਆਰੀ ਨਾ ਸਹਿਣੀ ਪੈਂਦੀ, ਜਿੱਥੇ ਲੋਕਾਂ ਦੇ ਕੰਮ ਵੀ ਹੁੰਦੇ ਤੇ ਜਿੱਥੇ ਲੋਕ ਵੀ ਖੁਸ਼ ਹੋ ਕੇ ਮੁੜਦੇ, ਤੇ ਭਗਵੰਤ ਮਾਨ ਹੋਰਾਂ ਨੂੰ ਵੀ ਜਿਹੜਾ ਥੋੜਾ ਬਹੁਤਾ ਉਸ ਚੀਜ਼ ਦਾ ਫਾਇਦਾ ਹੁੰਦਾ। ਤਾਂ ਲੱਗਦਾ ਕਿ ਅਣਖੀ ਸਾਹਿਬ ਅੱਜ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਤੋਂ ਜਾਂ ਉੱਥੇ ਜੋ ਨਾਅਰੇਬਾਜ਼ੀਆਂ ਹੋਈਆਂ, ਜੋ ਖਬਰਾਂ ਲੱਗੀਆਂ, ਜੋ ਉੱਥੇ ਹੋਇਆ, ਇਸ ਗੱਲ ਤੋਂ ਜ਼ਿਆਦਾ ਇਹ ਖਬਰ ਬਹੁਤ ਘੱਟ ਆਈ ਹੈ ਕਿ ਲੋਕ ਖੁਸ਼ ਮੁੜੇ ਨੇ। ਇਹ ਬਹੁਤ ਉੱਥੇ ਖਬਰ ਆ ਰਹੀ ਹੈ ਕਿ ਖੱਜਲ ਖੁਆਰ ਲੋਕ ਬਹੁਤ ਹੋਏ ਨੇ। ਕੀ ਲੱਗਦਾ ਕਿ ਇਸ ਚੀਜ਼ ਤੋਂ ਜਿਹੜਾ ਸਬਕ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਦੇ ਵੱਲੋਂ ਸਿੱਖਿਆ ਗਿਆ ਹੈ, ਤੇ ਜਿਵੇਂ ਭਗਵੰਤ ਸਿੰਘ ਮਾਨ ਹੋਰੀ ਇਹ ਗੱਲ ਕਹਿੰਦੇ ਨੇ ਕਿ ਇਹ ਜਨਤਾ ਦੇ ਦਰਬਾਰ ਜਾਰੀ ਰਹਿਣਗੇ, ਤੇ ਅਗਲੇ ਜਨਤਾ ਦੇ ਦਰਬਾਰ ਜਿਹੜੇ ਉਹ ਪੰਜਾਬ 'ਚ ਹੀ ਲੱਗਣਗੇ, ਜਾਂ ਫਿਰ ਲੋਕਾਂ ਦੀ ਸਹੂਲਤ ਮੁਤਾਬਕ, ਜਾਂ ਫਿਰ ਆਪਣੇ ਢੁਕਵੇਂ ਪ੍ਰਬੰਧ ਕਰਕੇ ਲੱਗਣਗੇ? ਕਿਵੇਂ ਦੇਖਦੇ ਹੋ ਕਿ ਇਸ ਤੋਂ ਕੁਝ ਸਿੱਖਿਆ ਜਾਊਗਾ ਜਾਂ ਨਹੀਂ, ਜਾਂ ਫਿਰ ਇਹ ਵੀ ਅਰਵਿੰਦ ਕੇਜਰੀਵਾਲ ਤੋਂ ਕੇ ਜਿਹੜੀ ਹੈ ਉਹ ਜਿਹੜੀ ਪਰਮਿਸ਼ਨ ਲੈ ਕੇ ਆਉਣੀ ਪਊਗੀ ਕਿ ਭਾਈ ਨਵਜੋਤ ਸਿੰਘ ਸਿੱਧੂ ਨੇ ਆਹ ਸਲਾਹ ਦਿੱਤੀ ਹੈ, ਬੜੀ ਵਧੀਆ ਸਲਾਹ ਲੱਗ ਰਹੀ ਹੈ, ਕਿ ਇਹ ਮੰਨ ਲਈਏ, ਜਾਂ ਕੇਜਰੀਵਾਲ ਜੀ ਤੁਸੀਂ ਕੁਝ ਹੋਰ ਕਹਿੰਦੇ ਹੋ?
ਹਾਂ ਦੇਖੋ ਜੀ, ਕੁੰਡੀਆਂ ਤਾਂ ਅਸਲ ਸਲਾਹਾਂ ਤਾਂ ਦਿੱਲੀ ਦਰਬਾਰ ਤੋਂ ਹੀ ਆਉਣੀਆਂ, ਕਿ ਜੋ ਦਿੱਲੀ ਦਰਬਾਰ ਤੋਂ ਸਲਾਹਾਂ ਆਉਣਗੀਆਂ ਭਗਵੰਤ ਮਾਨ ਹੋਣਾ ਨੇ ਕਰਨਾ ਤਾਂ ਉਹੀ ਕੁਝ ਆ। ਇਹ ਗੱਲ ਤੇ ਆਪਾਂ ਮੰਨੀਏ। ਠੀਕ ਆ, ਨਵਜੋਤ ਸਿੰਘ ਸਿੱਧੂ ਹੁਣੀ ਆਪਣੇ ਵਿਚਾਰ, ਆਪਣੀਆਂ ਸਲਾਹਾਂ ਜ਼ਰੂਰ ਦਿੰਦੇ ਨੇ ਪੰਜਾਬ ਦੇ ਉਹਨਾਂ ਲੋਕਾਂ ਦੇ ਭਲਿਆਂ ਵਾਸਤੇ ਜਿਹੜੇ ਲੋਕ ਬੀਤੇ ਦੌਰ 'ਚ ਇਸ ਚੀਜ਼ਾਂ ਤੋਂ ਦੂਰ ਰਹੇ ਨੇ। ਨਵਜੋਤ ਸਿੱਧੂ ਸ਼ਾਇਦ ਇਹ ਸਲਾਹ ਤਾਂ ਹੀ ਦੇ ਰਹੇ ਆ ਕਿਉਂਕਿ ਉਹਨਾਂ ਨੇ ਵੀ ਪੰਜਾਬ ਭਵਨ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀ ਆਪਣੇ ਮੰਤਰੀਆਂ ਦੀਆਂ ਬਕਾਇਦਾ ਤੌਰ ਤੇ ਡਿਊਟੀਆਂ ਲਾਈਆਂ ਸਨ ਕਿ ਇਹ ਮੰਤਰੀ ਪੰਜਾਬ ਭਵਨ 'ਚ, ਕਾਂਗਰਸ ਭਵਨ 'ਚ ਬੈਠ ਕੇ ਲੋਕਾਂ ਦੀਆਂ ਮੰਗਾਂ ਲੋਕਾਂ ਦੀਆਂ ਤਕਲੀਫਾਂ ਨੂੰ ਸੁਣਨਗੇ, ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ। ਨਵਜੋਤ ਸਿੱਧੂ ਦਾ ਮੈਨੂੰ ਯਾਦ ਆ ਕਿ ਉਸ ਵਕਤ ਉਹਨਾਂ ਨੇ ਇੱਕ ਯਤਨ ਇਹੋ ਜਿਹਾ ਕੀਤਾ ਸੀ। ਪਰ ਖੈਰ ਉਹ ਯਤਨ ਕੀਤਾ ਜ਼ਰੂਰ, ਚੰਨੀ ਸਾਹਿਬ ਨੇ ਵੀ ਕੀਤੀ, ਤਾਂ ਉਹ ਇੱਕ ਹਫ਼ਤਾ ਹੀ ਮੰਤਰੀ ਬੈਠੇ, ਮੰਤਰੀ ਫਿਰ ਭੱਜ ਭੁੱਜ ਗਏ। ਜਿਨ੍ਹਾਂ ਦੇ ਵਿੱਚ ਜਿਹੜੇ ਮੰਤਰੀ ਸਨ ਉਹ ਕੋਈ ਵੀ ਨਹੀਂ ਸਨ ਪਾਰਟੀ ਲੈਵਲ ਤੇ ਸੰਗਠਨ ਤੇ ਸਰਕਾਰ ਦੇ ਵਿਚਕਾਰ, ਉੱਥੇ ਵੀ ਅੰਤਰ ਜਿਹੜਾ ਵੇਖਣ ਨੂੰ ਮਿਲਿਆ। ਨਵਜੋਤ ਸਿੱਧੂ ਨੇ ਉਦੋਂ ਵੀ ਇਹ ਮੁੱਦੇ ਜਿਹੜੇ ਉਠਾਏ ਸਨ। ਕਹਿਣ ਦਾ ਅਰਥ ਹੈ ਕਿ ਜੇ ਵਾਕਈ ਬੰਦਾ ਕੋਈ ਵੀ ਹੈ ਜਿਹੜਾ ਲੋਕਾਂ ਦੀ ਭੀੜ ਨੂੰ ਸਮਝਦਾ, ਲੋਕਾਂ ਦੀ ਖੱਜਲ ਖੁਆਰੀ ਨੂੰ ਸਮਝਦਾ, ਤੇ ਜੇਕਰ ਫਿਰ ਉਹ ਸਲਾਹ ਦਿੰਦਾ, ਉਦੋਂ ਉਹਨੇ ਆਪਣੀ ਸਰਕਾਰ ਨੂੰ ਵੀ ਸਲਾਹ ਦਿੱਤੀ ਤੇ ਅੱਜ ਉਹਨੇ ਭਗਵੰਤ ਮਾਨ ਦੀ ਸਰਕਾਰ ਨੂੰ ਸਲਾਹ ਦਿੱਤੀ, ਤਾਂ ਫਿਰ ਜੇ ਕੋਈ ਸਲਾਹ, ਕੋਈ ਨੇਕ ਸਲਾਹ, ਕੋਈ ਸੱਜਣ ਮਿੱਤਰ ਦਿੰਦਾ ਤਾਂ ਫਿਰ ਉਹ ਮੰਨ ਲੈਣੀ ਚਾਹੀਦੀ ਆ। ਨਾ ਕਿ ਅਸੀਂ ਹਾਈਕਮਾਨ ਦੇ ਮੂੰਹਾਂ ਵੱਲ ਵੇਖੀਏ ਕਿ ਹਾਈਕਮਾਨ ਸਾਨੂੰ ਪ੍ਰਵਾਨਗੀ ਦੇਗੀ ਕਿ ਤੁਸੀਂ ਜਾ ਕੇ ਇਸ ਤਰ੍ਹਾਂ ਕਰ ਲਓ, ਠੀਕ ਆ। ਹੁਣ ਇੰਨੀ ਗੱਲ ਨਹੀਂ ਬੰਦਾ ਨਵਜੋਤ ਸਿੱਧੂ ਨੂੰ ਇਸ ਪ੍ਰਸੰਗ ਦੇ ਵਿੱਚ ਕੋਈ ਮਿਹਰਾ ਮਾਰ ਸਕਦਾ ਕਿ ਹਾਂ ਭਾਈ ਮਿੱਤਰਾ, ਜਦੋਂ ਤੇਰੀ ਸਰਕਾਰ ਸੀ ਤੂੰ ਕਿੰਨੇ ਕੁ ਕੈਂਪ ਲਵਾਏ, ਤੂੰ ਕਿੰਨੇ ਕੁ ਦਰਬਾਰ ਲਵਾਏ। ਉਹ ਇੰਨੀ ਗੱਲ ਕਹਿ ਸਕਦਾ ਕਿ ਹਾਂ ਭਾਈ ਮਿੱਤਰ ਪਿਆਰੇ, ਮੈਂ ਸੰਗਠਨ 'ਚ ਹਾਂ, ਮੈਂ ਇਹ ਡਿਊਟੀ ਲਾਈ ਸੀ ਮੰਤਰੀਆਂ ਕੋ। ਔਰ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਲਿਖ ਕੇ ਲਾਈ ਸੀ, ਹਾਲਾਂਕਿ ਉਹ ਸਿਸਵਾ ਫਾਰਮ ਤੋਂ ਬਾਹਰ ਨਹੀਂ ਸਨ ਨਿਕਲੇ, ਪਰ ਫਿਰ ਵੀ ਉਦੋਂ ਨਵਜੋਤ ਸਿੱਧੂ ਦੀ ਚੱਲੀ ਨਹੀਂ ਸੀ ਜਦੋਂ ਉਹ ਪਾਰਟੀ ਪ੍ਰਧਾਨ ਸਨ। ਕਹਿਣ ਦਾ ਅਰਥ ਆ ਕਿ ਜੇਕਰ ਕੋਈ ਵਿਅਕਤੀ ਨੇਕ ਸਲਾਹ ਦਿੰਦਾ ਤਾਂ ਉਹ ਸਲਾਹ ਜ਼ਰੂਰ ਮੰਨ ਲੈਣੀ ਚਾਹੀਦੀ ਆ, ਕਿਉਂਕਿ ਨਵਜੋਤ ਸਿੱਧੂ ਨੇ ਜੇਕਰ ਕੰਮ ਕਰਾਉਣਾ ਤਾਂ ਉਹ ਤਾਂ ਭਗਵੰਤ ਮਾਨ ਦੀ ਸਿੱਧੀ ਕੋਠੀ ਜਾ ਸਕਦਾ। ਹੁਣ ਸੁਖਵਿੰਦਰ ਜੀ, ਜੇ ਮੈਂ ਜਾਂ ਤੁਸੀਂ ਇੱਕ ਫਾਈਲ ਤੇ ਸਾਈਨ ਹੀ ਕਰਾਉਣੇ ਹੋਣ, ਮੇਰਾ ਨਹੀਂ ਖਿਆਲ ਕਿ ਮੈਂ ਭਗਵੰਤ ਮਾਨ ਦੇ ਕੋਠੀ ਦੇ ਬੂਹੇ ਦੇ ਅੱਗੋਂ ਵੀ ਕਰ ਸਕਾਂ। ਸੋ ਮੇਰੇ ਵਰਗੇ ਲੱਖਾਂ ਲੋਕ ਪੰਜਾਬ ਦੇ ਨੇ ਜਿਹੜੇ ਮੁੱਖ ਮੰਤਰੀ ਦਾ ਦਦਾਰ ਵੀ ਸਾਰੀ ਉਮਰ ਨਹੀਂ ਹੁੰਦਾ। ਸੋ ਇਹਦੇ ਕਰਕੇ ਜ਼ਰੂਰੀ ਹੈ ਕਿ ਜੇਕਰ ਅਸੀਂ ਲੋਕਾਂ ਨਾਲ ਸੰਵਾਦ ਰਚਾਉਣਾ, ਲੋਕਾਂ ਨਾਲ ਡਾਇਲਾਗ ਕਰਨਾ, ਤੇ ਅਸੀਂ ਲੋਕਾਂ ਨੂੰ ਇਹ ਦੱਸਾਉਣਾ ਕਿ ਇਹ ਸਰਕਾਰ ਜਿਹੜੀ ਆ ਆਮ ਲੋਕਾਂ ਦੀ ਸਰਕਾਰ ਆ, ਤੇ ਫਿਰ ਆਮ ਲੋਕ ਹੀ ਬਣਨੇ ਚਾਹੀਦੇ ਨੇ। ਉਹ ਜਿਹੜੀ ਫੀਲਿੰਗ ਹੈ ਮਹਾਰਾਜਾ ਰਣਜੀਤ ਸਿੰਘ ਵਾਲੀ ਤੇ ਫਰਿਆਦੀ ਵਾਲੀ, ਉਹ ਫੀਲਿੰਗ ਤੋਂ ਥੋੜਾ ਜਿਹਾ ਅਗਰ ਗ੍ਰੇਸ ਕਰ ਦਈਏ ਤਾਂ ਸ਼ਾਇਦ ਚੰਗੀ। ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਇਹ ਮੀਟਿੰਗ, ਇਹ ਜਨਤਾ ਦਰਬਾਰ ਹੈ, ਉਹਦੇ ਵਿੱਚ ਜੋ ਖਾਮੀਆਂ ਰਹੀਆਂ, ਉਮੀਦ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਹੁਣੀ ਕੁਝ ਸਿੱਖਣਗੇ। ਅਗਲੇ ਜਨਤਾ ਦੇ ਦਰਬਾਰ ਦੇ ਵਿੱਚ ਲੋਕਾਂ ਨੂੰ ਅਜਿਹੀ ਜਿਹੜੀ ਆ ਉਹ ਖੱਜਲ ਖਵਾਰੀ ਨਹੀਂ ਸਹਿਣੀ ਪਊਗੀ ਤੇ ਲੋਕ ਜਿਹੜੇ ਆ ਉਹ ਖੁਸ਼ੀ ਖੁਸ਼ੀ ਆਪਣੇ ਘਰ ਪਰਤਣਗੇ। ਅਸੀਂ ਤਾਂ ਸਿਰਫ ਇਹੀ ਚਾਹੁੰਦੇ ਹਾਂ। ਤਾਂ ਅਣਖੀ ਸਾਹਿਬ, ਅਗਲੀ ਖਬਰ ਆਪਾਂ ਲੈ ਲਈਏ। ਅਗਲੀ ਖਬਰ ਬੜੀ ਅਹਿਮ ਖਬਰ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਇੱਕ 9 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਔਰ 9 ਮੈਂਬਰੀ ਕਮੇਟੀ ਦੇ ਵਿੱਚ ਉਹ ਲੋਕ ਨੇ ਜਿਹੜੇ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨੇ, ਵੱਖ-ਵੱਖ ਮੰਚਾਂ ਤੋਂ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਨੇ। ਤਾਂ ਇਹਦੇ ਵਿੱਚ ਅਣਖੀ ਸਾਹਿਬ, ਤੁਹਾਨੂੰ ਕਿਤੇ ਸਿਆਸੀ ਬਦਬੂ ਆਉਂਦੀ ਹੈ ਜਾਂ ਫਿਰ ਵਾਕਈ ਬੰਦੀ ਸਿੰਘਾਂ ਦੇ ਨਾਲ ਐਸਜੀਪੀਸੀ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਪ੍ਰਧਾਨ, ਉਹਨਾਂ ਨੂੰ ਵਾਕਈ ਇੰਨਾ ਲਗਾਵ ਹੋ ਗਿਆ, ਵਾਕਈ ਇੰਨਾ ਦੁੱਖ ਹੋ ਗਿਆ, ਇਹਨਾਂ ਸਾਰੇ ਨੁਮਾਇੰਦਿਆਂ ਨੂੰ ਵੀ ਵਾਕਈ ਇੰਨਾ ਦੁੱਖ ਹੋ ਗਿਆ ਕਿ ਭਾਈ ਇਹਨਾਂ ਨੂੰ ਇਕੱਠੇ ਹੀ ਹੋਣਾ ਪੈ ਗਿਆ, ਕਿ ਇਹ ਇਕੱਠੇ ਉਦੋਂ ਨਹੀਂ ਸੀ ਹੋਇਆ ਜਾ ਸਕਦਾ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਦੀ ਆਪਣੀ ਸਰਕਾਰ ਸੀ, ਕਿ ਇਹ ਇਕੱਠੇ ਉਦੋਂ ਨਹੀਂ ਸੀ ਹੋਇਆ ਜਾ ਸਕਦਾ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਕੇਂਦਰ ਦੇ ਨਾਲ ਸਾਂਝ ਸੀ। ਇਹ ਇਕੱਠੇ ਉਦੋਂ ਹੀ ਕਿਉਂ ਹੋਏ ਨੇ ਜਦੋਂ ਇਹ ਬਿਲਕੁਲ ਪੰਜਾਬ ਦੀ ਸਿਆਸਤ ਤੋਂ ਹਾਸ਼ੀਏ ਤੇ ਚਲੇ ਗਏ ਨੇ? ਕੀ ਲੱਗਦਾ ਕਿ ਇਹਦੇ ਵਿੱਚ ਸਿਆਸੀ ਬੂ ਹੈ ਜਾਂ ਫਿਰ ਬਾਕੀ ਬੰਦੀ ਸਿੰਘਾਂ ਦੇ ਨਾਲ ਇਹਨਾਂ ਦਾ ਪ੍ਰੇਮ ਹੈ? ਸੁਖਵਿੰਦਰ ਜੀ, ਬੰਦੀ ਸਿੰਘਾਂ ਦੀ ਜਿਹੜੀ ਪਰਿਭਾਸ਼ਾ ਹੈ ਅਜੇ ਤੱਕ ਤਾਂ ਪਹਿਲਾਂ ਇਹ ਸੁਖਬੀਰ ਬਾਦਲ ਹੁਣੀ ਡਿਫਾਈਨ ਹੀ ਨਹੀਂ ਕਰ ਸਕੇ ਕਿ ਬੰਦੀ ਸਿੰਘ ਕਿਹੜੇ। ਮੇਰਾ ਨਹੀਂ ਖਿਆਲ ਕਿ ਉਹਨਾਂ ਕੋਲ ਬੰਦੀ ਸਿੰਘਾਂ ਦੀ ਲਿਸਟ ਵੀ ਹੋਵੇਗੀ ਇਹ ਬੰਦੀ ਸਿੰਘ ਨੇ, ਕਿ ਇਹਨਾਂ ਨੂੰ ਕਈ ਲੋਕ ਤੇ ਅੱਜ ਕੱਲ ਇਹ ਗੱਲ ਕਹਿੰਦੇ ਆ, ਚਲੋ ਮਾਫ ਕਰਨਾ ਇਹ ਗੱਲ ਕਹਿਣੀ ਬੰਦੀ ਤਾਂ ਨਹੀਂ, ਕਹਿੰਦੇ ਕਿ ਜੇ ਸੁਖਬੀਰ ਬਾਦਲ ਬਿਕਰਮ ਮਜੀਠੀਏ ਨੂੰ ਵੀ ਜਿਹਦੇ ਬੰਦੀ ਸਿੰਘਾਂ ਦੀ ਸ਼੍ਰੇਣੀ ਚ ਰੱਖ ਕੇ ਵੇਖਣ ਡਿਆ ਕਿ ਚਲੋ ਇਸ ਤਰੀਕੇ ਨਾਲ ਲੈ ਤੁਰੀਏ। ਕਹਿਣ ਦਾ ਅਰਥ ਕਿ ਲੋਕੀ ਬਹੁਤ ਕੁਝ ਕਰ ਰਹੇ ਆ ਤੇ ਅਸੀਂ ਕਿਉਂਕਿ ਲੋਕਾਂ ਦੇ ਨੁਮਾਇੰਦੇ ਆ, ਤੇ ਜੇਕਰ ਅਸੀਂ ਸਾਰੀਆਂ ਸਥਿਤੀਆਂ ਦਾ ਮੁਲਾਂਕਣ ਕਰੀਏ ਸੁਖਵਿੰਦਰ ਜੀ, ਤਾਂ ਫਿਰ ਸਾਫ਼ ਆ ਕਿ ਇਹਦੇ ਵਿੱਚ ਮੈਨੂੰ ਕੋਈ ਗੱਲ ਇਹੋ ਜਿਹੀ ਲੱਗਦੀ ਨਹੀਂ ਕਿ ਬੰਦੀ ਸਿੰਘਾਂ ਦੇ ਪ੍ਰਤੀ ਇਹਨਾਂ ਮਤਲਬ ਮਨ ਦੇ ਵਿੱਚ ਮੋਹ ਜਾਗ ਪਿਆ, ਇਹਨਾਂ ਦਰੇਗ ਆ ਗਿਆ ਕਿ ਸਾਰੇ ਦੇ ਸਾਰੇ ਬੰਦੇ ਇਕੱਠੇ ਹੋ ਗਏ ਤੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਤੇ ਕੇਂਦਰ ਸਰਕਾਰ ਨੂੰ ਘੇਰਨ ਵਾਸਤੇ ਤੁਰ ਪਈਆਂ। ਮੈਂ ਇਹ ਗੱਲ ਕਹਿਣਾ, ਵੈਸੇ ਸੁਖਵਿੰਦਰ ਜੀ ਜੋ ਮਰਜ਼ੀ ਆ, ਭਾਰਤੀ ਜਨਤਾ ਪਾਰਟੀ ਦੀ
ਕੇਂਦਰ ਦੀ ਜਿਹੜੀ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੀ ਜੇਕਰ ਜਿਹੜੀ ਪੰਜਾਬ 'ਚ ਸਰਕਾਰ ਬਣੀ ਆ, ਜੇ ਤੁਸੀਂ ਮੈਨੂੰ ਪੁੱਛੋ ਕਿ ਇਹਦੀ ਦੇਣ ਕੀ ਆ, ਤਾਂ ਸ਼ਾਇਦ ਮੈਂ ਇਹ ਗੱਲ ਕਹਾਂ ਕਿ ਇਹਦੀ ਦੇਣ ਇਹ ਆ ਕਿ ਜਿੰਨੇ ਵੀ ਅਕਾਲੀ ਦਲ ਨੇ ਉਹ ਸਾਰੇ ਇੱਕ ਫਰੰਟ ਤੇ ਇਕੱਠੇ ਹੋ ਗਏ, ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਇਹ ਮਸ਼ਹੂਰ ਆ ਕਿ ਇਹ ਕਦੇ ਵੀ ਸਾਂਝੇ ਫਰੰਟ, ਮਤਲਬ ਕੋਈ ਵੀ ਹੋਵੇ, ਇੱਕ ਫਰੰਟ ਤੇ ਕਦੇ ਇਕੱਠੇ ਨਹੀਂ ਹੋ ਸਕਦੇ। ਪਰ ਆਮ ਆਦਮੀ ਪਾਰਟੀ ਦੇ ਜਿੱਤਣ ਨਾਲ ਇਹ ਇਕੱਠੇ ਹੋ ਗਏ ਨੇ, ਇਹ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ। ਖੈਰ ਅਗਲੀ ਗੱਲ ਅਸੀਂ ਕਰਦੇ ਹਾਂ। ਤੁਸੀਂ ਕਿਹਾ ਕਿ ਪਹਿਲਾਂ ਕਿਉਂ ਨਹੀਂ, ਦੇਖੋ 2007 ਤੋਂ ਲੈ ਕੇ 2017 ਤੱਕ ਬਾਦਲ ਸਰਕਾਰ ਰਹਿੰਦੀ ਹੈ, ਕਦੇ ਭੋਗ ਨਹੀਂ ਕਿਸੇ ਨੇ ਪਾਇਆ। ਸਿਮਰਜੀਤ, ਮਾਫ ਕਰਦਾ, ਸੁਖਬੀਰ ਸਿੰਘ ਬਾਦਲ ਹੋਣੀ ਸਭ ਕੁਝ ਉਹਨਾਂ ਦੇ ਹੱਥ ਸੀ। ਤੁਹਾਨੂੰ ਇਹ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਇੱਕ ਵਾਰੀ ਅਟਲ ਬਿਹਾਰੀ ਵਾਜਪੇਈ ਨੇ ਵੀ ਬਾਦਲ ਸਾਹਿਬ ਨੂੰ ਇਹ ਗੱਲ ਕਹੀ 97-98 ਦੀ, ਮੈਂ ਲੱਗਾ ਗੱਲ ਕਰਨ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੱਲ ਕੀਤਾ ਜਾਵੇ, ਤਾਂ ਪਰ ਉਦੋਂ ਬਾਦਲ ਸਾਹਿਬ ਨੇ ਹੀ ਇਨਕਾਰ ਕਰ ਦਿੱਤਾ, ਕੋਈ ਸਟੈਂਡ ਜਿਹੜਾ ਨਹੀਂ ਸੀ ਲਿਆ। 15 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਸ ਵਕਤ ਕਦੇ ਵੀ ਬੰਦੀ ਸਿੰਘਾਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜਾ ਸੀ ਸੁਖਬੀਰ, ਮਾਫ ਕਰਦਾ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਦੇ ਨਹੀਂ ਸੀ ਚੁੱਕਿਆ। ਦੂਸਰੇ ਪਾਸੇ ਬਾਬੂ ਸੂਰਤਾ ਸਿੰਘ ਜਿਹੜੇ ਨੇ ਉਹ ਬੀਤੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਪਤਾ ਨਹੀਂ ਉਹ ਹੁਣ ਹੈਗੇ ਜਾਂ ਸਵਰਗਵਾਸ ਹੋ ਗਏ ਨੇ, ਇਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ। ਉਹਨਾਂ ਤੱਕ ਕਿਸੇ ਵੀ ਬੰਦੇ ਨੇ ਅਪਰੋਚ ਨਹੀਂ ਕੀਤੀ, ਭਾਈ ਬਾਬਾ ਸੂਰਤਾ ਸਿੰਘ ਨੇ ਜਿਹਨਾਂ ਨੇ ਭੁੱਖ ਹੜਤਾਲ ਰੱਖੀ ਹੈ ਨਿਰੰਤਰ, ਪਤਾ ਨਹੀਂ। ਪਰ ਜੇਕਰ ਹੁਣ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ, ਪੰਜਾਬ ਦੇ ਵਿੱਚ ਪੰਥਕ ਧਿਰਾਂ ਇੱਕ ਕਿਸਮ ਦੀਆਂ ਹਾਸ਼ੀਏ ਤੇ ਚਲੀਆਂ ਗਈਆਂ, ਉਸ ਵਕਤ ਫਿਰ ਉਹ ਵਿਅਕਤੀ ਜਿਹੜੇ ਇੱਕ ਆਪਣੇ ਸਮੇਂ 'ਚ ਕੱਟੜ ਵਿਰੋਧੀ ਸਨ, ਸਿਮਰਨਜੀਤ ਸਿੰਘ ਮਾਨ ਔਰ ਪ੍ਰਕਾਸ਼ ਸੁਖਬੀਰ ਸਿੰਘ ਬਾਦਲ, ਮੈਂ ਅੱਜ ਤੱਕ ਕਦੇ ਇੱਕ ਸਟੇਜ ਤੇ ਨਹੀਂ ਵੇਖੇ, ਜਦੋਂ ਵੀ ਵੇਖੇ ਨੇ ਅਕਾਲ ਤਖਤ ਸਾਹਿਬ ਵਿਖੇ ਤਲਵਾਰਾਂ ਕੱਢਦੇ ਇੱਕ ਦੂਜੇ ਨੂੰ ਭਜਾਉਂਦੇ ਵੇਖੇ ਨੇ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਜਿਹੜੇ ਇਸ ਕਮੇਟੀ ਦੇ ਪ੍ਰਧਾਨ ਬਣੇ ਦਿੱਲੀ ਗੁਰਦੁਆਰਾ ਜਿਹੜੇ ਦਿੱਲੀ ਅਕਾਲੀ ਦਲ ਦੇ, ਉਹ ਹਮੇਸ਼ਾ ਕਾਂਗਰਸੀ ਰਹੇ ਨੇ, ਉਹ ਵੀ ਇਹਨਾਂ ਦੇ ਨਾਲ ਆ ਗਏ। ਦੂਜੇ ਪਾਸੇ ਹਰਬੀਰ ਸਿੰਘ ਖਾਲਕਾ ਜਿਹੜੀ ਐਜੀਪੀਸੀ ਦੀ ਕਮੇਟੀ ਬਣਾਈ ਹੈ, 9 ਮੈਂਬਰੀ ਕਮੇਟੀ, ਉਹਨਾਂ ਦੇ ਵਿੱਚ ਇਹ ਬੰਦੇ ਸ਼ਾਮਲ ਕਰਦੇ ਨੇ। ਸੰਤ ਬਲਜੀਤ ਸਿੰਘ ਦਾਦੂਵਾਲ ਵੀ ਕਰ ਲਿਆ ਗਿਆ। ਹੁਣ ਦਾਦੂਵਾਲ ਨੇ ਉਦੋਂ ਵੀ ਕਿਹਾ ਆਪਣੀ ਸਪੀਚ ਦੇ ਵਿੱਚ ਕਿ ਹਾਂ ਭਾਈ ਇਹ ਜੋ ਕੁਝ ਹੋ ਰਿਹਾ ਕਿਤੇ ਇੱਕ ਪਰਿਵਾਰ ਨੂੰ ਸਥਾਪਿਤ ਕਰਨ ਵਾਸਤੇ ਤਾਂ ਨਹੀਂ, ਇਹ ਸਾਰੀ ਪਲੈਨਿੰਗ ਹੋ ਰਹੀ। ਪਰ ਦਾਦੂਵਾਲ ਵੀ ਅਖੀਰ ਉਹਨਾਂ ਦੇ ਨਾਲ ਜਾ ਕੇ ਰਲ ਗਏ। ਖੈਰ ਬੰਦੀ ਸਿੰਘ ਜਿਹੜੇ ਵਾਕਈ ਜਿਹੜੇ ਬੀਤੇ ਲੰਮੇ ਸਮੇਂ ਤੋਂ 30-35 ਸਾਲਾਂ ਤੋਂ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਆ, ਉਹਨਾਂ ਨੂੰ ਪੂਰਨ ਤੌਰ ਤੇ ਬਾਹਰ ਆਉਣਾ ਚਾਹੀਦਾ। ਪਰ ਏਦਾਂ ਨਾ ਹੋਵੇ ਕਿ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਜਾਵੇ, ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹ ਵਰਤ ਲਏ, ਜਿਹੜੇ ਦੂਜੇ ਪਾਸੇ ਐਜੀਪੀਸੀ ਨੂੰ ਵੀ ਵਰਤ ਲਿਆ। ਕਹਿਣ ਦਾ ਅਰਥ ਇਹ ਆ ਕਿ ਮੈਨੂੰ ਤਾਂ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਦਾ ਮੁੱਦਾ ਘੱਟ ਨਜ਼ਰ ਆਉਂਦਾ। ਪੰਜਾਬ ਦੇ ਵਿੱਚ ਇੱਕ ਪੰਥਕ ਮੁੱਦੇ ਨੂੰ ਅਕਾਲੀ ਦਲ ਦੇ ਜਿੰਨੇ ਵੀ ਧੜੇ ਨੇ ਉਹ ਖੜਾ ਕਰਨ ਦੇ ਯਤਨਾਂ ਵਿੱਚ ਨੇ, ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਸਾਫ਼ ਆ ਹੋ ਸਕਦਾ ਸੀ ਕਿ ਇਹਦੇ ਵਿੱਚ ਇਹਨਾਂ ਦੀ ਕੋਈ ਥਾਂ ਪਤਾ ਨਹੀਂ ਲੱਗਣ ਦੇਣਾ। ਤਾਂ ਦੂਜੇ ਪਾਸੇ ਕੇਂਦਰ ਦੀ ਜਿਹੜੀ ਸਰਕਾਰ ਆ, ਕੇਂਦਰ ਦੇ ਵੀ ਭਾਜਪਾ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਇਹਨਾਂ ਪੰਥਕ, ਮਾਫ ਕਰਨਾ ਮੈਂ ਇਹ ਟੋਕ ਰਿਹਾ ਬਿੱਟੂ, ਕਿ ਇਹ ਨਹੀਂ ਸੀ ਹੋਇਆ ਜਾ ਸਕਦਾ ਕਿ ਜੇ ਵਾਕਈ ਭਲਾ ਚਾਹੁੰਦੇ ਆ ਤਾਂ ਬੀਜੇਪੀ ਦਾ ਵੀ ਕੋਈ ਨੁਮਾਇੰਦਾ ਵਿੱਚ ਲੈ ਲੈਂਦੇ। ਜੇ ਵਾਕਈ ਸਹੀ ਗੱਲ ਆ, ਬੀਜੇਪੀ ਦੇ ਨੁਮਾਇੰਦੇ ਕਿਉਂ ਰੋਕਣਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ? ਜੇ ਉਹਨਾਂ ਦਾ ਪ੍ਰਧਾਨ ਮੰਤਰੀ ਨੂੰ ਅਪੀਲ ਕਰਨੀ ਆ ਤਾਂ ਫਿਰ ਆਪਣੇ ਬੰਦਿਆਂ ਦੇ ਥਰੂ ਹੀ ਉਹ ਛੱਡ ਦੇਣਗੇ। ਤਾਂ ਫਿਰ ਉਹਨਾਂ ਦਾ ਵੀ ਇੱਕ ਅੱਧਾ ਨੁਮਾਇੰਦਾ ਲੈ ਲਿਆ ਜਾਂਦਾ, ਤੇ ਨੁਮਾਇੰਦਾ ਇੱਕ ਅੱਧਾ ਸਰਕਾਰ ਦਾ ਵੀ ਲੈ ਲਿਆ ਜਾਂਦਾ, ਤੇ ਜੇ ਇੱਕ ਅੱਧਾ ਨੁਮਾਇੰਦਾ ਜਿਹੜਾ ਉਹ ਕਾਂਗਰਸ ਵਰਗੀ ਪਾਰਟੀ ਦਾ ਵੀ ਲੈ ਲਿਆ ਜਾਂਦਾ। ਬੇਸ਼ੱਕ ਰਵਨੀਤ ਸਿੰਘ ਬਿੱਟੂ ਹੁਣੀ ਜਿਹੜੇ ਆ ਉਹ ਵਿਰੋਧ ਕਰ ਰਹੇ ਨੇ ਇਸ ਚੀਜ਼ ਦਾ ਕਿ ਭਾਈ ਜੇ ਇਹਨਾਂ ਨੇ ਕਮੇਟੀ ਬਣਾਈ ਆ ਸਿੰਘਾਂ ਨੂੰ ਰਿਹਾਈ ਕਰਾਉਣ ਦੇ ਲਈ, ਤਾਂ ਅਸੀਂ ਵੀ ਇੱਕ ਕਮੇਟੀ ਬਣਾਵਾਂਗੇ, ਜਿਹੀ ਕਮੇਟੀ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਜਿਹੜੇ ਆ, ਜਿਨ੍ਹਾਂ ਦੇ ਜੀ ਜਿਹੜੇ ਆ ਉਹ ਅੱਤਵਾਦੀ ਹਮਲਿਆਂ ਦੇ ਵਿੱਚ ਮਾਰੇ ਗਏ, ਜਿੱਥੇ ਜਿੱਥੇ ਕਹਿੰਦੇ ਰਿਹਾਈ ਕਰਵਾਉਣ ਦੀ ਮੰਗ ਕਰਨ ਜਾਣਗੇ ਅਸੀਂ ਲੋਕਾਂ ਨੂੰ ਕਹਿੰਦੇ ਅਵੇਅਰਨੈਸ ਕਰਾਵਾਂਗੇ। ਅਣਖ ਸਾਹਿਬ, ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਜਿਹੜੀਆਂ ਪਾਰਟੀ ਸੱਤਾ ਦੇ ਵਿੱਚ ਹੈਗੀਆਂ ਨੇ, ਬੇਸ਼ੱਕ ਉਹ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਬੇਸ਼ੱਕ ਬੀਜੇਪੀ ਦੀ ਗੱਲ ਹੋਈ ਹੈ, ਘੱਟੋ ਘੱਟ ਇਹ ਲੋਕਾਂ ਨੂੰ ਤਾਂ ਇੱਕ ਅੱਧਾ ਨੁਮਾਇੰਦਾ ਇਹਨਾਂ ਦਾ ਵੀ ਚੁਣ ਲਿਆ ਜਾਂਦਾ ਤਾਂ ਚੰਗੀ ਗੱਲ ਸੀ। ਸੁਖਵਿੰਦਰ ਜੀ, ਬੜਾ ਵਧੀਆ ਤੁਸੀਂ ਇੱਕ ਸੁਝਾਅ ਹੈਗਾ ਕਿ ਵਾਕਿਆ ਹੀ ਤੁਸੀਂ ਸਿੱਖ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀਆਂ ਤਿਆਰ ਹੋਈ ਹੈ ਜਾਂ ਕਮੇਟੀ ਤਿਆਰ ਹੋਈ ਆ, ਤੇ ਕੀ ਜਿਹੜੇ ਕਾਂਗਰਸ ਦੇ ਵਿੱਚ ਸਿੱਖ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹੋ ਜਿਹੇ ਜਿਹੜੇ ਦਰਦ ਰੱਖਣ ਵਾਲੇ ਲੋਕ ਨੇ, ਜਾਂ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਲੋਕਾਂ ਪ੍ਰਤੀ ਦਰਦ ਰੱਖਦੇ ਨੇ, ਕੀ ਉਹ ਸਿੱਖ ਨਹੀਂ, ਕੀ ਉਹ ਪੰਥਕ ਨਹੀਂ? ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ, ਫਿਰ ਤਾਂ ਬਿਲਕੁਲ ਤੁਸੀਂ ਸਾਫ਼ ਹੀ ਤਸਵੀਰ ਜਿਹੜੀ ਸਪਸ਼ਟ ਕਰ ਦਿੱਤੀ ਆ, ਤਾਂ ਇਹ ਤਾਂ ਇੱਕ ਕਿਸਮ ਦੇ ਨਾਲ ਅਕਾਲੀ ਦਲ ਦੀ ਜਿਹੜੀ ਸਿਆਸੀ ਧਰਾਤਲ ਖੁਰ ਚੁੱਕੀ ਆ, ਉਸ ਨੂੰ ਦੁਬਾਰਾ ਉਪਜਾਊ ਬਣਾਉਣ ਵਾਸਤੇ ਇੱਕ ਮੁੱਦਾ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਿਹੜਾ ਤਿਆਰ ਕੀਤਾ ਜਾ ਰਿਹਾ। ਤੇ ਸ਼ਾਇਦ ਸੁਖਬੀਰ ਬਾਦਲ ਇਸ ਦਾ ਸਿਆਸੀ ਰਾਹ ਲੈਣ ਦੇ ਵਿੱਚ ਪੂਰੀ ਰੁਚਿਤ ਹੈ ਜਾਂ ਤਤਪਰ ਹੈਗਾ, ਬਹੁਤ ਕਾਹਲੀ ਹੈ। ਪਰ ਸੁਖਵਿੰਦਰ ਜੀ, ਨਾਲ ਹੀ ਤੁਹਾਨੂੰ ਮੈਂ ਇਹ ਦੱਸ ਦਵਾਂ,
ਉਸ ਗਰੁੱਪ 9 ਮੈਂਬਰੀ ਕਮੇਟੀ ਦੇ ਵਿੱਚ ਇਹੋ ਜਿਹੇ ਬੰਦੇ ਹਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਚੱਲਣ ਨਹੀਂ ਦੇਣੀ। ਚਾਹੇ ਉਹ ਪਰਮਜੀਤ ਸਿੰਘ ਸਰਨਾ ਹੋਵੇ, ਚਾਹੇ ਉਹ ਦੂਸਰੇ ਪਾਸੇ ਦਾਦੂਵਾਲ ਹੋਵੇ, ਤੇ ਚਾਹੇ ਸਿਮਰਜੀਤ ਸਿੰਘ ਮਾਨ ਹੋਵੇ। ਉਦੋਂ ਤੱਕ ਤਾਂ ਇਹ ਬੰਦੇ ਇਕੱਠੇ ਹੋਣਗੇ ਜਦੋਂ ਤੱਕ ਇੱਕ ਮੁੱਦੇ ਤੇ ਗੱਲ ਚੱਲੂਗੀ। ਬਾਕੀ ਜੇਕਰ ਇਹਨਾਂ ਨੇ ਖਾਸ ਤੌਰ ਤੇ ਬਾਦਲ ਅਕਾਲੀ ਦਲ ਨੇ ਇਹਦਾ ਸਿਆਸੀਕਰਨ ਦਾ, ਇਹਦਾ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ, ਤਾਂ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਸਿੱਖ ਜਥੇਬੰਦੀਆਂ ਜਦੋਂ ਜਾਂਦੀਆਂ ਸਨ ਦਿੱਲੀ ਵਿਖੇ ਸਮਝੌਤਾ ਕਰਨ, ਉੱਥੇ ਜਾ ਕੇ ਸਮਝੌਤਾ ਕਰਦੀਆਂ ਸਨ, ਪੰਜਾਬ ਚ ਆ ਕੇ ਸਮਝੌਤਾ ਟੁੱਟ ਜਾਂਦਾ ਸੀ। ਕੋਈ ਕਹਿੰਦਾ ਸੀ ਮੈਂ ਨਹੀਂ ਮੰਨਦਾ, ਕੋਈ ਕਹਿੰਦਾ ਮੈਂ ਨਹੀਂ ਮੰਨਦਾ। ਰਜ਼ੀਲ ਲੰਗੋਵਾਲ ਅਖਾੜ ਜਦੋਂ ਹੋਇਆ ਉਦੋਂ ਵੀ ਪੰਥਕ ਧਿਰਾਂ ਗਈਆਂ, ਉੱਥੇ ਦਿੱਲੀ ਜਾ ਕੇ ਸਾਈਨ ਕਰ ਆਏ, ਆਉਂਦੇ ਆਣ ਕੇ ਬਾਦਲ ਸਾਹਿਬ ਨੇ ਕਹਿੰਦਾ ਜੀ ਮੈਂ ਨਹੀਂ ਮੰਨਦਾ। ਸੋ ਇਹੋ ਜਿਹਾ ਅਕਾਲੀ ਦਲਾਂ ਦਾ ਇਤਿਹਾਸ ਰਿਹਾ, ਅਕਾਲੀ ਦਲਾਂ ਦਾ ਇਤਿਹਾਸ ਰਿਹਾ। ਇਹ ਵੇਖਣਾ ਹੋਵੇਗਾ ਕਿ ਇਹ ਬੰਦੀ ਸਿੰਘਾਂ ਦੇ ਨਾਮ ਤੇ ਸਿਆਸਤ ਕਰਦੇ ਨੇ ਜਾਂ ਕਿਸੇ ਪੰਥਕ ਮੁੱਦੇ ਦੀ ਤਲਾਸ਼ ਦੇ ਵਿੱਚ ਨੇ, ਤੇ ਜਾਂ ਕੀ ਕਰਨਾ ਚਾਹੁੰਦੇ ਨੇ। ਧਿਆਨ ਇਹ ਤੇ ਬਾਕੀ ਹੈ ਇਹ ਸਿਆਸੀਕਰਨ। ਇਹਦੇ ਵਿੱਚ ਜੇਕਰ ਅਸੀਂ ਕਹੀਏ ਕਿ ਪੂਰਨ ਤੌਰ ਤੇ ਆਪਣੇ ਸੁਖਬੀਰ ਸਿੰਘ ਬਾਦਲ ਦੇ ਮਨ ਵਿੱਚ ਇੰਨਾ ਦਰਦ ਪੈਦਾ ਹੋ ਗਿਆ ਕਿ ਉਹ ਹੁਣ ਇਹਦੇ ਉੱਤੇ ਮੋਰਚਾ ਲਾਉਣ ਦਾ ਸਟੈਂਡ ਆ, ਤੇ ਇਹ ਗੱਲ ਜਿਹੜੀ ਮੰਨਣ ਚ ਨਹੀਂ ਆਉਂਦੀ। ਉਹਦੀ ਜਿਹੜੀਆਂ ਸ਼ਤਰੰਜੀ ਚਾਲਾਂ ਨੇ ਉਹ ਸਮੇਂ-ਸਮੇਂ ਤੇ ਪੰਥਕ ਮੁੱਦਿਆਂ ਨੂੰ ਛੇੜਨ ਦੀ ਕੋਸ਼ਿਸ਼ ਕਰਦਾ। 13 ਅਪ੍ਰੈਲ ਨੂੰ ਜਿੱਦਣ ਭਗਵੰਤ ਮਾਨ ਤਖਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਨੇ, ਸਭ ਤੋਂ ਪਹਿਲਾਂ ਮੁੱਦਾ ਉਹ ਛੇੜਦਾ ਕਿ ਸ਼ਰਾਬ ਪੀਤੀ ਹੈ। ਹੁਣ ਇਹੋ ਜਿਹੀਆਂ ਗੱਲਾਂ ਦੇ ਪੰਜਾਬ ਦੇ ਲੋਕ ਸੁਖਵਿੰਦਰ ਜੀ ਪਰਵਾਹ ਨਹੀਂ ਕਰਦੇ। ਲੋਕ ਅੱਜ ਸਮਾਂ 84 ਵਾਲਾ ਸਮਾਂ ਨਹੀਂ ਆ, ਅੱਜ ਸਮਾਂ ਇੰਟਰਨੈਟ ਦਾ ਸਮਾਂ। ਜੇਕਰ ਇੰਟਰਨੈਟ ਦੇ ਸਮੇਂ ਦੇ ਵਿੱਚ ਏਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਲੋਕ ਝੱਟ ਤੁਹਾਡੀ ਅਸਤਿਤਵ ਨੂੰ ਪਛਾਣ ਲੈਂਦੇ ਨੇ। ਸੋ ਸੁਖਬੀਰ ਬਾਦਲ ਨੂੰ ਚਾਹੀਦਾ ਕਿ ਵਾਕਿਆ ਹੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਚਾਹੁੰਦੇ ਜੀ ਤਾਂ ਫਿਰ ਉਹਨਾਂ 15 ਸਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਦਾ ਇੱਕ ਵੀ ਵੇਰਵਾ ਲੋਕਾਂ ਦੇ ਸਾਹਮਣੇ ਰੱਖੋ। ਦੂਜੇ ਬੰਨੇ ਕੀ ਕਾਂਗਰਸ, ਅਕਾਲੀ, ਮਾਫ ਕਰਨਾ ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਵਿਚਕਾਰ ਜਿਹੜੇ ਸਿੱਖ ਨੇ, ਮੰਨ ਲਓ ਸੁਖਚੇਤਰ ਸਿੰਘ ਰੰਧਾਵਾ ਅੰਮ੍ਰਿਤਧਾਰੀ ਸਿੱਖ ਆ, ਉਹ ਪੂਰਨ ਤੌਰ ਤੇ ਅਕਾਲੀ ਦਲ ਨੂੰ ਸਮਰਪਿਤ ਆ, ਮਾਫ ਕਰਨਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਕੀ ਸਿੱਖ ਮੁੱਦਿਆਂ ਦੇ ਉੱਤੇ ਉਹ ਬੰਦਾ ਵਿੱਚ ਨਹੀਂ ਸੀ ਆ ਸਕਦਾ? ਉਹਨੂੰ ਵੀ ਰੱਖਿਆ ਜਾ ਸਕਦਾ ਸੀ। ਹਾਂ, ਹੁਣ ਤੁਹਾਡੇ ਦੂਜੇ ਪ੍ਰਸ਼ਨ ਨਾਲ ਜਿਹੜਾ ਰਵਨੀਤ ਸਿੰਘ ਬਿੱਟੂ ਦੀ ਗੱਲ ਕੀਤੀ ਹੈ, ਰਵਨੀਤ ਸਿੰਘ ਬਿੱਟੂ ਨੇ ਜਿਹੋ ਜੀ ਗੱਲ ਕੀਤੀ ਉਹੋ ਜੀ ਗੱਲ ਮਨੀਸ਼ ਤਿਵਾੜੀ ਨੇ ਵੀ ਇਸ ਸਮੇਂ ਕੀਤੀ ਸੀ। ਬਿਲਕੁਲ ਜਿਨ੍ਹਾਂ ਦੇ ਘਰ ਦਾ ਜੀ ਗਿਆ ਹੋਵੇ ਸੁਖਵਿੰਦਰ ਜੀ, ਉਹਨਾਂ ਵਾਸਤੇ ਤਾਂ ਫਿਰ ਉਹਨਾਂ ਨੇ ਉਹ ਤੇ ਸੋਚਣੀ ਹੈ। ਆਪਾਂ ਕਿਸੇ ਨੂੰ ਦੋਸ਼ੀ ਜਾਂ ਬੇਦੋਸ਼ਾ ਨਹੀਂ ਕਹਿ ਸਕਦੇ, ਇਹ ਤਾਂ ਕਾਨੂੰਨ ਦਾ ਕੰਮ ਹੈਗਾ। ਪਰ ਜੇਕਰ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਕਰਨੀ ਹੈ ਤਾਂ ਅਗਲੇ ਵੀ ਸਿਆਸਤ ਕਰਨੀ ਆਏ, ਚਾਹੇ ਉਹ ਰਵਨੀਤ ਸਿੰਘ ਬਿੱਟੂ ਹੋਵੇ, ਤੇ ਚਾਹੇ ਮਨੀਸ਼ ਤਿਵਾੜੀ ਹੋਵੇ, ਤੇ ਚਾਹੇ ਕੋਈ ਹੋਰ ਬੰਦਾ ਹੋਵੇ, ਉਹਨਾਂ ਨੇ ਵੀ ਸਿਆਸਤ ਕਰਨੀ ਹੈ। ਸੋ ਰਵਨੀਤ ਸਿੰਘ ਬਿੱਟੂ ਦਾ ਬਿਆਨ ਵੀ ਸਿਆਸਤ ਤੋਂ ਪ੍ਰੇਰਿਤ ਆ ਤੇ ਅਸੀਂ ਵੀ ਏਦਾਂ ਕਰਾਂਗੇ। ਚੱਲ ਤੂੰ ਵੀ ਕਰ ਲਾ, ਕੁਝ ਕਰਨ ਚ ਹਰਜ ਕੀ ਆ, 10 ਬੰਦੇ ਤੂੰ ਵੀ ਇਕੱਠੇ ਕਰ ਲਾ। ਪਰ ਗੱਲ ਤਾਂ ਹੈਗੀ ਕਿ ਤੇਰੇ ਬੰਦੇ ਇਕੱਠੇ ਕਰਨ ਦੇ ਨਾਲ ਕੀ ਕੋਈ ਫਰਕ ਪੈਂਦਾ? ਇੱਕ ਬੰਦਾ ਨਿੱਕੀ ਜਿਹੀ ਚਿੜੀ ਛੱਡਦਾ ਨਵਜੋਤ ਸਿੰਘ ਸਿੱਧੂ, ਅਗਲੇ ਦਿਨ ਪੰਜਾਬ ਦੇ ਵਿੱਚ ਹਲਚਲ ਹੁੰਦੀ ਹੈ। ਤੁਸੀਂ ਆਣ ਕੇ ਟੀਵੀ ਤੇ ਬਿਆਨ ਦਿੰਦੇ ਜੇ, ਤੁਹਾਡੇ ਬਿਆਨ ਨੂੰ ਕੋਈ ਸੁਣਦਾ, ਦੂਜੇ ਦਿਨ ਅਖਬਾਰਾਂ ਦੇ ਵਿੱਚ ਵੀ ਉਹਦੀ ਤੀਜੇ ਚੌਥੇ ਪੇਜ ਤੇ ਉਹਦੀ ਚਰਚਾ ਹੁੰਦੀ ਹੈ, ਕਿਤੇ ਨਿੱਕੀ ਜਿਹੀ ਖਬਰ ਲੱਗੀ ਹੁੰਦੀ। ਕਹਿਣ ਦਾ ਅਰਥ ਆ ਕਿ ਜੇਕਰ ਤੁਸੀਂ ਵਾਕਿਆ ਹੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ, ਬੰਦੀ ਸਿੰਘਾਂ ਦੇ ਪ੍ਰਤੀ ਤੇ ਅੱਤਵਾਦ ਪੀੜਤ ਲੋਕਾਂ ਦੇ ਪ੍ਰਤੀ ਵਾਕਿਆ ਹੀ ਜ਼ਿੰਮੇਵਾਰ ਜੀ, ਜਾਂ ਤੁਹਾਡੇ ਮਨ 'ਚ ਦਰਦ ਆ, ਦਰੇਗ ਆ, ਤਾਂ ਫਿਰ ਘੱਟੋ ਘੱਟ ਆਪਣੀ ਜਿਹੜੀ ਸਥਿਤੀ ਆ, ਆਪਣੀ ਪੋਜੀਸ਼ਨ ਆ, ਉਹ ਕਲੀਅਰ ਕਰੋ। ਉਸ ਨੂੰ ਰਾਜਨੀਤਿਕ ਮੁੱਦਾ ਨਾ ਬਣਾਓ, ਸਿਆਸੀਕਰਨ ਉਸਦਾ ਨਹੀਂ ਕੀਤਾ ਜਾਣਾ ਚਾਹੀਦਾ ਜੀ। ਬਿਲਕੁਲ ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਰਾਈਟ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।